ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ। ਆਦਿ ਸ੍ਰੀ ਗੁਰੂ ਗ੍ਰੰਥ ਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆਪੰਗੰ ਵਿਭੂਤੇ ਬਾਹੇ ਜਨਾਨੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ। ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਤਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜਿਆ ਸਾਰੇ ਪੜ੍ਹਿਓ ਜਰਾ। ਤੇਗ ਬਹਾਦਰ ਸਿਮਰਿਐ ਘਰ ਨੌ ਨਿਤ ਆਵੇ ਧਾਏ। ਧਿਆਨ ਨਾਲ ਸੁਣਿਓ ਭਾਈ, ਜਿੰਨਾ ਚਿਰ ਬੈਠਾਂਗੇ ਨਾ ਧਿਆਨ ਨਾਲ ਸੁਣੋ। ਬਾਹਰ ਵੀ ਜੋ ਸੰਗਤ ਹੈ ਬੇਨਤੀ ਹੈ ਦਰਬਾਰ ਸਾਹਿਬ 'ਚ ਆ ਕੇ ਸਜੋ। ਬਾਹਰ ਨਾਲੋਂ ਠੰਡ ਦਰਬਾਰ ਸਾਹਿਬ ਦੇ ਵਿੱਚ ਬਹੁਤੀ ਹੈ। ਮਨ ਕਰਕੇ ਵੀ ਤਨ ਕਰਕੇ ਵੀ ਪੂਰਾ ਪੂਰਾ ਲਾਹਾ ਲਿਓ। ਕੰਮ ਵੀ ਛੱਡ ਕੇ ਆਇਆ, ਸਮਾਂ ਵੀ ਕੱਢ ਕੇ ਆਇਆ, ਘਾਲਣਾ ਵੀ ਕੀਤੀ ਹੈ, ਤੁਰ ਕੇ ਵੀ ਆਇਆ। ਖਾਲੀ ਨਾ ਚਲੇ ਜਾਇਓ। ਆ ਜਿਹੜਾ ਸਮਾਂ ਨਾ ਆ ਸਮਾਂ ਹੁਣ ਲੰਘ ਰਿਹਾ ਹੈ, ਐਵੇਂ ਨਹੀਂ ਮਿਲਦਾ। ਵੱਡੇ ਵੱਡੇ ਰਿਸ਼ੀ, ਬੜੇ ਬੜੇ ਮੁਨੀ ਜਨ, ਬੜੇ ਬੜੇ ਸਾਧੂ, ਬੜੇ ਬੜੇ ਸਿੱਧ ਪੁਰਸ਼ ਇਹ ਸਮੇਂ ਨੂੰ ਤਰਸਦੇ ਨੇ। ਇੱਥੇ ਬਹੁਤੇ ਇਕੱਠਾਂ ਦੀ ਲੋੜ ਨਹੀਂ ਹੁੰਦੀ। ਗੁਰੂ ਸਾਹਿਬ ਜੀ ਕਹਿੰਦੇ ਬਿਰਲੇ ਕਈ ਕੇ, ਬਿਰਲੇ ਨੇ ਬਿਰਲੇ। ਤਨ ਵੇਖਣ ਵਾਲੇ ਸਾਡੇ ਬਹੁਤ ਨੇ, ਬਾਹਰੋਂ ਵੇਖਣ ਵਾਲੇ ਬਹੁਤ ਨੇ, ਪਰ ਅੰਦਰੋਂ ਅਧਿਆਤਮਕ ਕਮਾਈ ਕਿਹਦੀ ਹੈ ਇਹ ਕੋਈ ਬਿਰਲਾ ਹੈ। ਸੁਣਿਓ ਜਰਾ, ਧਿਆਨ ਨਾਲ ਸੁਣਿਓ। ਆਪਾਂ ਨੇ ਪੜ੍ਹਿਆ ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੇ ਧਾਏ। ਧਾਏ ਦਾ ਕੀ ਅਰਥ ਹੈ? ਧਾਏ ਦਾ ਅਰਥ ਹੈ ਦੌੜ ਕੇ ਆਉਣਾ। ਧਾਏ ਦਾ ਅਰਥ ਹੈ ਭੱਜ ਕੇ ਆਉਣਾ। ਉਹ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਯਾਦ ਕਰੇਗਾ
ਉਹਦੇ ਕੋਲ 9 ਨਿਧੀਆਂ ਭੱਜ ਕੇ ਆਉਣਗੀਆਂ। ਇਹਦਾ ਅਰਥ ਇਹ ਹੈ, ਆਓ ਆਪਾਂ ਸਾਰੇ ਯਾਦ ਕਰੀਏ, ਪੜ੍ਹਿਓ ਜਰਾ ਸਾਰੇ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੋਲਣ ਵਾਲੇ ਤੇ 2-4 ਹੀ ਬਹੁਤ ਹੁੰਦੇ ਆ, ਆਪਾਂ ਤੇ ਬਹੁਤ ਆ ਫਿਰ ਵੀ, ਇਸ ਕਰਕੇ ਜਪਿਓ ਸਾਰੇ। ਜੀ ਤੇਗ ਬਹਾਦਰ ਸਿਮਰਿਐ, 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 ਗੁਰੂ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਤਾਏ, ਘਰ ਨੌ ਨਿਧ ਆਵੈ ਤਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਨੌ ਨਿਧ ਆਵੈ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਹਰਿ ਨਾਮ ਨਿਤ ਆਵੇ ਤਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਹਰਿ ਕ੍ਰਿਸ਼ਨ ਧਿਆਈਐ, ਹਰਿ ਹਰਿ ਕ੍ਰਿਸ਼ਨ ਧਿਆਈਐ, ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿੱਥੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਤ ਆਵੈ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਹਰਿ ਨਾਮ ਨਿਤ ਆਵੇ ਤਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿੱਥੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਤ ਆਵੈ ਤਾਏ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਤਸੰਗ ਜੀਓ, ਆਓ ਮਨ ਦਾ ਟਿਕਾਓ ਕਰੋ, ਮਨ ਬਿਰਤੀਆਂ ਕਾਗਰ ਕਰੀਏ। ਸਭ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਬੈਠੀਆਂ ਬਾਹਰ ਸੁਣ ਰਹੇ ਆ, ਜਿੰਨੀਆਂ ਵੀ ਸੰਗਤਾਂ, ਬੇਨਤੀ ਹੈ ਫਤਿਹ ਦੀ ਸਾਂਝ ਪਾਇਓ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਜਿਹਦੀ ਜ਼ਬਾਨ ਵਿੱਚ ਫਤਿਹ, ਉਹਦੀ ਜਹਾਨ ਵਿੱਚ ਫਤਿਹ। ਧਿਆਨ ਨਾਲ ਸੁਣਿਓ, ਜਿਹਦੀ ਜ਼ਬਾਨ, ਜ਼ਬਾਨ ਕਹਿੰਦੇ ਨੇ ਜੀਵ ਨੂੰ, ਜਿਹਦੀ ਜ਼ਬਾਨ ਵਿੱਚ ਫਤਿਹ, ਉਹਦੀ ਜਹਾਨ ਵਿੱਚ ਫਤਿਹ। ਉਹ ਜਿਹੜਾ ਗੱਜ ਕੇ ਬੁਲਾਉਂਦਾ ਫਤਿਹ, ਉਹਨੂੰ ਮਿਲਦੀ ਹੈ ਭੱਜ ਕੇ ਫਤਿਹ। ਜਿਹੜਾ ਬੁਲਾਉਂਦਾ ਢਿੱਲੀ ਫਤਿਹ, ਉਹਨੂੰ ਨਹੀਂ ਕਦੇ ਮਿਲੀ ਫਤਿਹ ਕਹਿੰਦੇ। ਇਸ ਕਰਕੇ ਫਤਿਹ ਦਾ ਜਕਾਰਾ ਛੱਡੀਏ। ਬੇਨਤੀ ਹੈ ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ 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 ਕਿਰਪਾ ਬਖਸ਼ਿਸ਼ ਕੀਤੀ ਹੈ। ਦੂਰੋਂ ਨੇੜੇ ਤੋਂ ਚੱਲ ਕੇ ਜਿੰਨੀਆਂ ਵੀ ਸੰਗਤਾਂ ਪਾ ਪਹੁੰਚੇ ਆ, ਸਾਡੇ ਨਾਲੋਂ ਤੋਂ ਵੱਧ ਮਹਾਂਪੁਰਖ ਦੂਰੋਂ ਆ ਰਹੇ ਨੇ। ਜਿੰਨੀ ਸੰਗਤ ਨੇੜੇ ਦੀ ਹੈ, ਮਹਾਂਪੁਰਖ ਉਦੋਂ ਵੀ ਦੁੱਗਣੀ ਵਾਟ ਤੋਂ ਆ ਰਹੇ ਨੇ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਾਂ ਸੁਣੀਏ। ਕੁਛ ਨਾ ਕੁਛ ਕਿਸੇ ਤੋਂ ਜ਼ਰੂਰ ਮਿਲਦਾ। ਮਾੜੇ ਬੰਦੇ ਨੂੰ ਵੀ ਤੁਸੀਂ ਨਿਗਾਹ ਨਾਲ ਵੇਖੋਗੇ ਨਾ, ਧਿਆਨ ਨਾਲ ਸੁਣਿਓ, ਮਾੜੇ ਬੰਦੇ ਵਿੱਚੋਂ ਵੀ ਤੁਹਾਨੂੰ ਗੁਣ ਮਿਲਣਗੇ। ਮਾੜੇ ਬੰਦੇ ਦੇ ਵਿੱਚੋਂ ਵੀ ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਕੁੱਤਿਆਂ ਤੋਂ ਵੀ
ਸਿੱਖਿਆ ਲੈ ਲਈ ਕੁੱਤਿਆਂ ਤੋਂ। ਕੁੱਤੇ ਨੂੰ ਆਪਾਂ ਆਮ ਘਰ ਵਿੱਚ ਨਹੀਂ ਵੜਨ ਦਿੰਦੇ, ਬਗਾਨਾ ਕੁੱਤਾ ਹੋਵੇ, ਆਪਣਾ ਰੱਖਿਆ ਹੋਵੇ ਵੱਖਰੀ ਗੱਲ ਹੈ। ਦਰਬਾਰ ਸਾਹਿਬ ਵਿੱਚ ਆਪਣਾ ਵੀ ਰੱਖਿਆ ਹੋਵੇ ਫਿਰ ਵੀ ਨਹੀਂ ਵੜ ਸਕਦੇ। ਪਰ ਫਿਰ ਵੀ ਗੁਰੂ ਸਾਹਿਬ ਦੀ ਉਸਤਤੀ ਕਰਦੇ ਹੋਏ, ਨਾਮ ਦੀ ਉਸਤਤੀ ਕਰਦੇ ਹੋਏ, ਬਾਣੀ ਦੀ ਉਸਤਤੀ ਕਰਦੇ ਹੋਏ ਭਾਈ ਗੁਰਦਾਸ ਵਰਗਿਆਂ ਨੇ ਕੁੱਤਿਆਂ ਤੋਂ ਵੀ ਸਿੱਖਿਆ ਲੈ ਲਈ। ਰਾਤੀ ਜਾਗਣ ਭਗਤ ਸਤਾਵ, ਰਾਤੀ ਜਾਗਣ ਕੁੱਤੇ ਤੇ ਤੋਂ ਉੱਤੇ। ਭਾਈ ਬੁੱਲੇ ਸ਼ਾਹ ਜੀ ਆਖਦੇ ਨੇ, ਰੁੱਖੀ ਸੁੱਖੀ ਖਾ ਕੇ ਜਾ ਰੂੜੀ ਤੇ ਸੁੱਤੇ ਤੇ ਤੋਂ ਉੱਤੇ। ਉਹ ਬੰਦਿਆ, ਤੂੰ ਤੇ 36 ਪ੍ਰਕਾਰ ਦਾ ਭੋਜਨ ਛਕ ਕੇ ਪਤਾ ਨਹੀਂ ਪ੍ਰਮਾਤਮਾ ਨੂੰ ਕਿੰਨੇ ਕੁਲਾਂਬੇ ਦਿੰਦਾ, ਮੇਰਾ ਆ ਨਹੀਂ ਹੋਇਆ, ਮੇਰਾ ਉਹ ਨਹੀਂ ਹੋਇਆ। ਧੰਨ ਨੇ ਉਹ ਕਹਿੰਦੇ ਉਹ ਕੁੱਤੇ ਵੱਲ ਵੇਖ, ਰੁੱਖੀ ਸੁੱਖੀ ਖਾ ਕੇ ਜਾ ਰੂੜੀ ਤੇ ਸੁੱਤੇ ਤੇ ਤੋਂ ਉੱਤੇ। ਉਹ ਉੱਠ ਬੁੱਲਿਆ, ਉੱਠ ਨਾਮ ਧਿਆਲੇ, ਨਹੀਂ ਤੇ ਬਾਜੀ ਲੈ ਕੇ ਕੁੱਤੇ ਤੇ ਤੋਂ ਉੱਤੇ। ਇਸ ਕਰਕੇ ਗਰਮੀ ਦਾ ਭਾਵੇਂ ਟਾਈਮ ਹੈ, ਗਰਮੀ ਦਾ ਭਾਵੇਂ ਮੌਸਮ ਹੈ, ਸਮਾਂ, ਪਰ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਬੜੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਆ। ਧਿਆਨ ਨਾਲ ਸੁਣਿਓ, ਜਿੰਨਾ ਸਮਾਂ ਬੈਠਾਂਗੇ ਕੁਝ ਨਾ ਕੁਝ ਪ੍ਰਭ ਜ਼ਰੂਰ ਹੋਏਗਾ ਸਾਨੂੰ ਤੇ ਤੁਹਾਨੂੰ। ਜੇ ਵਿਚਾਰ ਕਰਦੇ ਆ ਨਾ ਉਹਦੀ, ਤਾਂ ਵਿਚਾਰ ਕਰਨ ਵਾਲੇ ਨੂੰ ਵੀ ਫਲ ਪ੍ਰਾਪਤ ਹੁੰਦਾ, ਪਰ ਜੇ ਧਿਆਨ ਨਾਲ ਸੁਣੀਏ ਨਾ, ਸੁਣਨ ਨੂੰ ਉਦੋਂ ਵੀ 3 ਗੁਣਾ ਵੱਧ ਪ੍ਰਾਪਤ ਹੁੰਦਾ ਫਲ, 3 ਗੁਣਾ ਵੱਧ ਜਿਹੜਾ ਸੁਣਦਾ। ਸੋ ਇਸ ਕਰਕੇ ਜਿਨ੍ਹਾਂ ਨੇ ਸੁਣਿਆ, ਆਪਾਂ ਸੁਣਦੇ ਆ, ਧੰਨ ਗੁਰੂ ਨਾਨਕ ਜੀ ਕਹਿੰਦੇ ਨੇ, ਸੁਣਿਆ ਸਿੱਧ ਪੀਰ ਸੁਰ ਨਾਥ। ਸੁਣਿਆਂ ਤੋਂ ਸਿੱਧ ਬਣ ਗਏ। ਉਹ ਕਹਿੰਦੇ ਤੂੰ, ਆਪਾਂ ਆਖਦੇ ਆ ਵੀ ਸਿੱਧਾਂ ਦੇ ਆਪਾਂ ਜਾਂਦੇ ਆ, ਮੱਥੇ ਝੁਕਾਉਣੇ ਆ, ਮੱਥੇ ਟੇਕਦੇ ਆ, ਠੀਕ ਹੈ, ਸਤਿਕਾਰ ਕਰਨਾ ਚਾਹੀਦਾ। ਉਹ ਕਹਿੰਦੇ ਤੂੰ ਖੁਦ ਸਿੱਧ ਬਣ ਸਕਦਾ। ਆਪਾਂ ਪੀਰਾਂ ਤੇ ਕਈ ਜਾਂਦੇ ਆ, ਠੀਕ ਹੈ, ਸਤਿਕਾਰਯੋਗ, ਆਪਣੀ ਜਗ੍ਹਾ ਸਤਿਕਾਰਯੋਗ ਹੋਣਗੇ, ਪਰ ਕਹਿੰਦੇ ਤੂੰ ਖੁਦ ਪੀਰ ਬਣ ਸਕਦਾ। ਉਹ ਖੁਦ ਤੂੰ ਆਪ ਦੇਵਤਾ ਬਣ ਸਕਦਾ। ਸੁਣਿਆ ਸਿੱਧ ਪੀਰ ਸੁਰਨਾਥ, ਤੂੰ ਨਾਥ ਬਣ ਸਕਦਾ। ਐਡੀਆਂ ਵੱਡੀਆਂ ਪਦਵੀਆਂ ਕਾਦੇ ਨਾਲ? ਕੇਵਲ ਸੁਣਨ ਨਾਲ। ਕੀ ਆਖਿਆ? ਆਓ ਸੁਣੀਏ, ਆਪਾਂ ਪੜ੍ਹੀਏ ਨਾਲੇ। ਪਾਪਾ ਵਾਲਾ ਨਾਮ ਹੋ ਜੂਗਾ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ। ਓ ਪਾਪਾ ਵਾਲਾ ਨਾਮ ਹੋ ਜੂਗਾ, ਓ ਵੇਖ ਲੈ ਗੁਰਾਂ ਦੀ ਬਾਣੀ। ਪਾਪਾ ਵਾਲਾ ਨਾਸ ਹੋ ਜੂਗਾ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ। ਪਾਪਾ ਵਾਲਾ ਨਾਸ ਹੋ ਜੂਗਾ। ਸੁਣ ਕੇ ਵੇਖ, ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਬਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ। ਸੁਣਿਆ ਤੋਂ ਕਹਿੰਦੇ ਨੇ ਵਿਗਾਸ। ਵਿਗਾਸ ਦਾ ਅਰਥ ਖੇੜਾ, ਖੇੜਾ ਆ ਜਾਂਦਾ ਉਹਦੇ ਅੰਦਰ। ਅਸੀਂ ਭਾਵੇਂ ਦੁਨਿਆਵੀ ਸਾਡੇ ਕੋਲ ਸੁੱਖ ਬਹੁਤੇ ਆ ਚੁੱਕੇ ਨੇ, ਧਿਆਨ ਨਾਲ ਸੁਣਿਆ, ਪਹਿਲਾਂ ਨਾਲੋਂ ਸਾਡੇ ਕੋਲੇ ਦੁਨਿਆਵੀ ਸੁੱਖ ਬਹੁਤੇ ਆ ਚੁੱਕੇ ਨੇ, ਪਰ ਫਿਰ ਵੀ ਚਿਹਰੇ ਮੁਰਝਾਏ ਪਏ ਨੇ। ਫਿਰ ਵੀ ਬੇਚੈਨੀ ਜੀ ਲੱਗੀ ਪਈ ਹੈ ਬਾਹਰੋਂ। ਕਹਿੰਦੇ ਚਿਹਰਾ ਜਿਹੜਾ ਕਹਿੰਦੇ ਬੇਚੈਨ ਹੈ। ਕਿਉਂ? ਕਿਉਂਕਿ ਸੁਣਨਾ ਛੱਡ ਦਿੱਤਾ। ਗੁਰੂ ਸਾਹਿਬ ਜੀ ਕਹਿੰਦੇ ਸੁਣ ਕੇ ਤੇ ਖੇੜਾ ਆਉਣਾ ਸੀ। ਸੁਣਿਆ ਦੁੱਖ ਪਾਪ ਕਾ ਨਾਸ, ਦੁੱਖਾਂ ਦਾ ਪਾਪਾਂ ਦਾ ਨਾਸ ਹੋਣਾ ਸੀ।
ਕਈ ਵਾਰ ਆਪਾਂ ਸੁਣਦੇ ਆ ਕਿ ਸਰੀਰ ਠੀਕ ਨਹੀਂ, ਕਈਆਂ ਨੂੰ ਬੇਨਤੀ ਕਰੀਂਦੀ ਆ ਵੀ ਸਵੇਰੇ ਅੰਮ੍ਰਿਤ ਵੇਲੇ ਜਲਦੀ ਉੱਠਿਆ ਕਰੋ, ਕਿਉਂਕਿ ਆਪਾਂ ਨੇ ਅੰਮ੍ਰਿਤ ਵੇਲਾ ਛੱਡ ਦਿੱਤਾ ਤਾਂ ਕਰਕੇ ਅਸੀਂ ਦੁਖੀ ਆ। ਬਈ ਅੰਮ੍ਰਿਤ ਵੇਲੇ ਜਾਗਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਅੰਮ੍ਰਿਤ ਵੇਲਾ ਸੰਭਾਲੋ, ਨਿਤਨੇਮ ਕਰੋ। ਕਈਆਂ ਦਾ ਜਵਾਬ ਹੁੰਦਾ ਜੀ ਸਰੀਰ ਠੀਕ ਨਹੀਂ, ਕਈਆਂ ਦਾ ਜਵਾਬ ਹੁੰਦਾ ਜੀ ਟਾਈਮ ਨਹੀਂ। ਉਹ ਠੀਕ ਹੋਣ ਵਾਸਤੇ ਤੇ ਬਾਣੀ ਪੜ੍ਹੀ ਜਾਂਦੀ ਹੈ, ਦੁੱਖਾਂ ਦਾ ਨਾਸ। ਗੁਰੂ ਜੀ ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ। ਉਹ ਦੁੱਖਾਂ ਦਾ ਨਾਸ ਤੇ ਦੁੱਖ ਵਾਸਤੇ ਤੇ ਬਾਣੀ ਬਣੀ ਹੈ, ਸੁੱਖ ਵਾਸਤੇ ਥੋੜਾ ਬਣੀ ਹੈ ਵੀ ਸੁਖੀ ਬੰਦਾ ਜਪੇ, ਵੀ ਜਿਹੜਾ ਸੁਖੀ ਹੈ ਪਤਾ ਨਹੀਂ ਉਹੀ ਜਪੇ। ਨਹੀਂ, ਇਹ ਦੁੱਖਾਂ ਵਾਸਤੇ, ਦੁੱਖਾਂ ਦਾ ਨਾਸ ਕਰਨ ਵਾਸਤੇ ਬਾਣੀ ਹੈ, ਦੁਖੀਆਂ ਨੂੰ ਸਹਾਰਾ ਦੇਣ ਵਾਸਤੇ ਹੈ। ਆਰੀਆ ਸਮਾਜ ਦਾ ਲਾਲਾ ਜਗਤ ਨਾਰਾਇਣ ਉਹ ਲਿਖਦਾ ਹੈ, ਧਿਆਨ ਨਾਲ ਸੁਣਿਓ। ਅੱਗੇ ਵਿਸਾਖੀ ਆ ਰਹੀ ਹੈ, ਖਾਲਸਾ ਸਾਜਨਾ ਦਿਵਸ ਆ ਰਿਹਾ। ਭਾਵੇਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹਾਂ, ਮਹਾਂਪੁਰਖਾਂ ਦੀ ਯਾਦ ਮਨਾ ਰਹੇ ਹਾਂ, ਪਰ ਨਾਲ ਦੀ ਨਾਲ ਜਿਹੜਾ ਅੱਗੇ ਦਿਹਾੜਾ ਪਰਸੋਂ ਚੌਥੇ ਨੂੰ ਤਕਰੀਬਨ 13 ਅਪ੍ਰੈਲ ਨੂੰ ਆ ਰਿਹਾ। ਅੱਜ 10 ਹੋ ਗਈ, 13 ਅਪ੍ਰੈਲ ਦਾ ਆਰੀਆ ਸਮਾਜ ਦਾ ਲਾਲਾ ਜਗਤ ਨਾਰਾਇਣ ਉਹ ਲਿਖਦਾ ਹੈ। ਵੈਸੇ ਕਿਸੇ ਨੂੰ ਤੋਲਣਾ ਨਹੀਂ ਚਾਹੀਦਾ, ਕੋਈ ਮਹਾਂਪੁਰਖ ਹੋਵੇ, ਕੋਈ ਗੁਰੂ ਹੋਵੇ, ਉਹਨਾਂ ਨੂੰ ਤੋਲਣਾ ਨਹੀਂ ਚਾਹੀਦਾ ਆਪਸ ਵਿੱਚ। ਪਰ ਜੋ ਉਹ ਲਿਖਦੇ ਨੇ ਆਪਾਂ ਆਪਣੇ ਕੋਲੋਂ ਕੁਝ ਨਹੀਂ ਕਹਿੰਦੇ, ਜੋ ਉਹ ਲਿਖਦੇ ਨੇ ਆਪਾਂ ਉਹ ਸੁਣਾਉਂਦੇ ਆ। ਕੀ ਲਿਖਦੇ ਨੇ? ਲਾਲਾ ਜਗਤ ਨਾਰਾਇਣ ਜੀ ਲਿਖਦੇ ਨੇ, ਨਾਲੇ ਆਰੀਆ ਸਮਾਜ ਦੇ ਹੋਏ ਨੇ, ਧਰਮ ਦੇ। ਆਪਣਾ ਕਹੇ ਕੋਈ, ਮਾਂ ਆਪਣੇ ਪੁੱਤ ਨੂੰ ਚੰਗਾ ਕਹੇ, ਮਾਂ ਆਪਣੇ ਜਾਂ ਪੁੱਤਰ ਆਪਣੇ ਪਿਤਾ ਨੂੰ ਚੰਗਾ ਕਹੇ, ਕਹਿਣਾ ਬਣਦਾ ਹੈ। ਕਿਉਂ? ਕਿਉਂਕਿ ਆਪਣਾ। ਪਰ ਜਦੋਂ ਕੋਈ ਬਗਾਨਾ ਕਹਿੰਦਾ ਨਾ ਫਿਰ ਸਵਾਦ ਆ ਜਾਂਦਾ ਹੈ। ਆਪਣੇ ਤੋਂ ਆਪਣਾ ਆਪਾਂ ਚੰਗਾ ਚੰਗਾ ਕਹੀ ਜਾਵਾਂਗੇ, ਆਪਣੇ ਨੂੰ ਅਸੀਂ ਆਪਣਾ ਆਪਣਾ ਕਹੀ ਜਾਵਾਂਗੇ, ਸਾਰੀ ਉਮਰੀ ਭਾਵੇਂ ਨਸ਼ੇੜੀ ਹੋਵੇ ਪਰ ਮਾਂ ਫਿਰ ਵੀ ਆਪਣੇ ਪੁੱਤ ਨੂੰ ਪੁੱਤ ਕਹਿੰਦੀ ਹੈ, ਫਿਰ ਵੀ ਕਹਿੰਦੀ ਹੈ ਇਹਦੇ ਵਰਗਾ ਕੋਈ ਨਹੀਂ। ਆਪ ਕਹੇ ਉਹਦੀ ਗੱਲ ਨਹੀਂ, ਪਰ ਜੇ ਗਵਾਂਢੀ ਕਹੇ ਨਾ, ਦੁਨੀਆ ਕਹੇ, ਫੇਰ ਗੱਲ ਬਣਦੀ ਹੈ। ਹੁਣ ਆਰੀਆ ਸਮਾਜ ਦਾ ਲਾਲਾ ਜਗਤ ਨਾਰਾਇਣ ਲਿਖਦਾ ਹੈ, ਉਹ ਕਹਿੰਦੇ ਮੈਂ ਬਹੁਤ ਥਾਂ ਤੇ ਗਿਆ, ਬੜਾ ਕੁਝ ਦੇਖਿਆ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵਰਗਾ ਪੂਰਨ ਪੁਰਖ ਮੈਨੂੰ ਕੋਈ ਨਹੀਂ ਸੰਸਾਰ ਤੇ ਦਿਖਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵਰਗਾ ਪੂਰਨ ਪੁਰਖ ਸੰਸਾਰ ਤੇ ਮੈਂ ਨਹੀਂ ਵੇਖਿਆ। ਆਰੀਆ ਸਮਾਜ ਦਾ ਕਿਸੇ ਨੇ ਕਿਹਾ, ਉਹ ਕਹਿੰਦੇ ਤੂੰ ਆਪਣੇ ਧਰਮ ਬਾਰੇ ਲਿਖਦਾ, ਤੂੰ ਸਿੱਖੀ ਧਰਮ ਬਾਰੇ ਲਿਖਦਾ, ਤੂੰ ਆਪਣੇ ਧਰਮ ਬਾਰੇ, ਆਪਣੇ ਧਰਮ ਦੀ ਉਸਤਤੀ ਕਰਦਾ, ਤੂੰ ਹੋਰਾਂ ਦੇ ਧਰਮ ਦੀ ਕਰਦਾ। ਉਹ ਕਹਿੰਦੇ ਮੈਨੂੰ ਸੰਸਾਰ ਤੇ ਭਾਵੇਂ ਮੈਂ ਆਰੀਆ ਸਮਾਜ ਦਾ, ਪਰ ਜਿਹੜਾ ਮੇਰਾ ਮਨ ਚੁੱਕਿਆ, ਜੋ ਸ਼ਾਂਤੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਜਾ ਕੇ ਮਿਲੀ ਹੈ, ਉਹ ਕਿਤੇ ਨਹੀਂ ਮਿਲੀ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਗੁਰਮੁਖੋ, ਭਾਈ ਨੰਦ ਲਾਲ ਜੀ ਦਿੱਲੀ ਤੋਂ ਆਏ। ਭਾਈ ਨੰਦ ਲਾਲ ਜੀ ਵੀ ਲਿਖਦੇ ਨੇ, ਭਾਈ ਨੰਦ ਲਾਲ ਜੀ ਕਹਿੰਦੇ ਉਹ ਸੂਰਜ, ਭਾਈ ਨੰਦ ਲਾਲ ਜੀ ਲਿਖਦੇ ਨੇ, ਉਹ ਸੂਰਜ ਤੈਨੂੰ ਦੁਨੀਆ ਆਖਦੀ ਹੈ ਤੂੰ ਰੋਸ਼ਨੀ ਕਰਦਾ, ਦੁਨੀਆ ਤੇ ਸਾਰੇ ਸੰਸਾਰ ਤੇ ਰੋਸ਼ਨੀ ਕਰਦਾ, ਇੱਕ ਦੇਸ਼ ਤੇ ਨਹੀਂ, ਪਤਾ ਨਹੀਂ ਸਾਰੀ ਦੁਨੀਆ ਤੇ ਕਿੱਥੇ ਤੱਕ ਤੂੰ ਰੋਸ਼ਨੀ ਕਰਦਾ, ਪਰ ਮੇਰੇ ਅੰਦਰ ਤੇ ਤੂੰ ਰੋਸ਼ਨੀ ਕੀਤੀ ਨਹੀਂ। ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਇਆ, ਮੇਰੇ ਅੰਦਰ ਤੇ ਰੋਸ਼ਨੀ ਉਦੋਂ ਹੋਈ ਹੈ, ਮੇਰੇ ਅੰਦਰ ਤੇ ਚਾਨਣ ਉਦੋਂ ਹੋਇਆ। ਗੁਰਮੁਖੋ, ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੋਈ ਆਉਣਾ ਸ਼ੁਰੂ ਕਰ ਦਿੰਦਾ ਨਾ, ਅੰਦਰੋਂ ਜਾਗਣਾ ਸ਼ੁਰੂ ਕਰ ਦਿੰਦਾ, ਅੰਦਰੋਂ ਕਹਿੰਦੇ ਰੋਸ਼ਨੀ ਆਉਣੀ ਸ਼ੁਰੂ ਹੋ ਜਾਂਦੀ ਹੈ, ਚਾਨਣ ਆਉਣਾ ਸ਼ੁਰੂ ਹੋ ਜਾਂਦਾ ਹੈ। ਪਰ ਗੱਲ ਹੈ ਆਪਾਂ ਨੂੰ ਬਦਲਣਾ ਪਵੇਗਾ। ਬਦਲਣਾ ਕਿਵੇਂ ਹੈ? ਬਦਲਣਾ ਸਤਸੰਗਤ ਦੇ ਨਾਲ ਹੈ। ਜਦੋਂ ਸੰਗਤ ਆਪਾਂ ਕਰਾਂਗੇ ਰੋਜ਼, ਇਹ ਨਹੀਂ ਵੀ ਅੱਜ ਕਰ ਲਈ ਤੇ ਮੁੜ ਕੇ ਆਪਾਂ ਨਾ ਜਾਈਏ, ਰੋਜ਼ ਸੁਭਾਅ ਪਾਓ। ਭਾਵੇਂ 10 ਮਿੰਟ ਜਾਓ, ਗੁਰੂ ਘਰ ਜਾਇਆ ਕਰੋ, 10 ਮਿੰਟ ਜਾਓ, 5 ਮਿੰਟ ਜਾਓ, ਸ਼ਾਂਤੀ ਨਾਲ ਇੱਕ ਵਾਰੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਤੱਕੋ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦਰਸ਼ਨ ਕਰੋ।
ਜਦੋਂ ਆ ਅਸੀਂ ਸ਼ੁਰੂ ਕਰ ਲਿਆ ਨਾ, ਜਿਵੇਂ ਬੂੰਦ ਬੂੰਦ ਤੋਂ ਕਹਿੰਦੇ ਇੱਕ ਟੋਭਾ ਭਰ ਜਾਂਦਾ ਨਾ, ਟੋਭਾ ਜਦੋਂ ਮੀਂਹ ਪੈਂਦਾ ਉਹ ਇੱਕ ਬੂੰਦ ਬੂੰਦੇ ਹੁੰਦੀ ਹੈ। ਇਹ ਤਾਂ ਨਹੀਂ ਵੀ ਇੱਕ ਥਾਂ ਵੀ ਪ੍ਰਣਾਲਾ ਵਗ ਜਾਂਦਾ, ਨਹੀਂ, ਇੱਕ ਇੱਕ ਬੂੰਦ ਤੋਂ ਸਰੋਵਰ ਭਰ ਜਾਂਦਾ ਹੈ। ਉਹ ਕਹਿੰਦੇ ਇਸੇ ਤਰ੍ਹਾਂ ਸਾਡੇ ਕਰਮ ਨੇ ਨਾ ਜਿਹੜੇ ਹੌਲੀ ਹੌਲੀ ਜੇ ਥੋੜੇ ਅਸੀਂ ਰੋਜ਼ ਕਰਾਂਗੇ ਨਾ, ਤਾਂ ਸਾਡੇ ਕਰਮ ਇੱਕ ਦਿਨ ਇਕੱਠੇ ਹੋ ਜਾਣਗੇ, ਇੱਕ ਜਿਵੇਂ ਸਰੋਵਰ ਦਾ ਰੂਪ ਧਾਰਨ ਕਰ ਲੈਣਗੇ, ਭਾਵ ਕਿ ਬਹੁਤੇ ਇਕੱਠੇ ਹੋ ਜਾਣਗੇ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਲਗਤੇ ਜਗਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਦੇਣ ਸੰਸਾਰ ਤੇ ਕੋਈ ਦੇ ਨਹੀਂ ਸਕਦਾ। ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਤੇ ਉੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਚੇਤਾ ਜ਼ਰੂਰ ਆਉਂਦਾ ਹੈ। ਭਾਈ ਮੁਗਲੂ ਹੋਇਆ, ਥੋੜੀ ਜੀ ਵਿਚਾਰ ਹੈ, ਧਿਆਨ ਨਾਲ ਸੁਣਿਓ। ਭਾਈ ਮੁਗਲੂ ਹੋਇਆ, ਭਾਈ ਮੁਗਲੂ ਛੇਵੇਂ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਰਿਹਾ। ਭਾਈ ਮੁਗਲੂ ਜਵਾਨੀ ਦੇ ਵਿੱਚ, ਉਦੋਂ ਪੂਰੀ ਜਵਾਨੀ ਸੀ, ਜਵਾਨ ਸੀ। ਜਦੋਂ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਯੁੱਧ ਹੋਇਆ, ਜੰਗ ਹੋਇਆ, ਇਹ ਭਾਈ ਮੁਗਲੂ ਪਿੰਡ ਗੰਡੂਆ ਪਿੰਡ ਦਾ, ਆਪਾਂ ਜਦੋਂ ਸੁਨਾਮ ਤੋਂ ਜਾਂਦੇ ਆ ਨਾ, ਪਿੰਡ ਗੰਡੂਆ ਫਤਿਹਗੜ੍ਹ ਜਿਹੜਾ ਪਿੰਡ ਹੈ ਉਹ ਧੰਨ ਬਾਬਾ ਆਤਰ ਸਿੰਘ ਮਹਾਰਾਜ ਮਸਤੋਣਾ ਸਾਹਿਬ ਵਾਲੇ, ਉਹਨਾਂ ਦਾ ਨਾਨਕਾ ਪਿੰਡ ਹੈ ਫਤਿਹਗੜ੍ਹ, ਉਹਦੇ ਨਾਲ ਹੀ ਲੱਗਮਾ ਪਿੰਡ ਗੰਡੂਆ ਹੈ, ਉੱਥੇ ਦੇ ਰਹਿਣ ਵਾਲਾ ਸੀ ਇਹ। ਗੁਰੂ ਛੇਵੇਂ ਪਾਤਸ਼ਾਹ ਜੀ ਦੇ ਵਕਤ ਜੰਗ ਵਿੱਚ ਲੜਿਆ ਤੇ ਕਹਿੰਦੇ ਨੇ ਜੰਗ ਵਿੱਚ ਲੜ ਕੇ ਫੱਟੜ ਹੋ ਗਿਆ। ਬਸ ਸਵਾਸ ਚੱਲ ਰਹੇ ਨੇ, ਸਤਿਗੁਰੂ ਜੀ ਨੂੰ ਚੇਤੇ ਕਰ ਰਿਹਾ, ਯਾਦ ਕਰ ਰਿਹਾ, ਸਤਿਗੁਰੂ ਜੀ ਮੇਰੇ ਕੋਲ ਆਓ। ਛੇਵੇਂ ਪਾਤਸ਼ਾਹ ਜੀ ਨੂੰ, ਸਤਿਗੁਰਾਂ ਨੂੰ ਯਾਦ ਕਰ ਰਿਹਾ। ਸਤਿਗੁਰੂ ਜੀ ਆਏ, ਪੱਲੂ ਨਾਲ ਆਪਣਾ ਉਹਦਾ ਮੁਖ ਸਾਫ਼ ਕੀਤਾ, ਇਦਾਂ ਝੋਲੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉਹਦਾ ਸਿਰ ਰੱਖ ਲਿਆ ਝੋਲੀ ਦੇ ਵਿੱਚ। ਧਿਆਨ ਨਾਲ ਸੁਣਿਓ, ਝੋਲੀ ਵਿੱਚ ਰੱਖ ਕੇ ਸਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੰਗ ਕੀ ਮੰਗਣਾ ਹੈ? ਸਤਿਗੁਰੂ ਜੀ ਇਦਾਂ ਬਾਹ ਫੜ ਕੇ ਪੁੱਛਦੇ ਨੇ, ਜਦੋਂ ਅਸੀਂ ਆਪਣੇ ਆਪ ਨੂੰ ਵਾਰ ਦਿੰਦੇ ਆ ਨਾ ਸਤਿਗੁਰਾਂ ਤੋਂ, ਸ਼ੰਕੇ ਤੋਂ ਰਹਿਤ ਹੋ ਕੇ, ਜਦੋਂ ਅਸੀਂ ਆਪਣੇ ਆਪ ਨੂੰ ਇੱਥੇ ਝੁਕਾ ਦਿੱਤਾ ਨਾ ਗੁਰੂ ਕੇ ਚਰਨਾਂ ਦੇ ਵਿੱਚ, ਸੀਸ ਨੂੰ ਝੁਕਣਾ, ਸੀਸ ਤੇ ਹਰ ਕੋਈ ਝੁਕਾਉਂਦਾ, ਉਹ ਕਹਿੰਦੇ ਆਪਣੇ ਆਪ ਨੂੰ ਝੁਕਾ ਲੈ। ਜਦੋਂ ਆਪਣੇ ਆਪ ਨੂੰ ਬੰਦਾ ਝੁਕਾ ਲੈਂਦਾ ਨਾ, ਫੇਰ ਸਵਾਦ ਆ ਜਾਂਦਾ। ਫਿਰ ਸਤਿਗੁਰੂ ਜੀ ਬਾਹ ਫੜ ਕੇ ਪੁੱਛਦੇ ਨੇ, ਬਾਹ ਫੜ ਕੇ, ਮੰਗ ਸਿੱਖਾ ਕੀ ਮੰਗਣਾ ਹੈ? ਅੱਜ ਉਹਨੂੰ ਵੀ ਸਤਿਗੁਰੂ ਜੀ ਪੱਲੂ ਨਾਲ ਉਹਦਾ ਮੁਖ ਸਾਫ਼ ਕੀਤਾ, ਓਏ ਮੰਗ ਕੀ ਮੰਗਣਾ ਹੈ? ਕੀ ਮੰਗਿਆ? ਹਰ ਕੋਈ ਕਹਿੰਦਾ ਵੀ ਆ ਮੈਂ ਵੀ ਮੰਗਾ। ਹੋ ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। 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 ਹੋ ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ 'ਚ ਹੋਵੇ। ਜਦੋਂ ਮੇਰੀ ਜਾਨ ਨਿਕਲੇ,
ਸਤਿਗੁਰੂ ਜੀ ਜਦੋਂ ਜੇ ਤੇ ਮੇਰਾ ਹੈ ਅੰਤ ਸਮਾਂ, ਧਿਆਨ ਨਾਲ ਸੁਣਿਓ। ਭਾਈ ਮੁਗਲੋ ਜੀ ਕਹਿੰਦੇ ਜੇ ਤਾਂ ਮੇਰਾ ਹੈ ਅੰਤ ਸਮਾਂ, ਮੇਰੇ ਬਹੁਤ ਵੱਡੇ ਭਾਗ ਨੇ, ਮੈਂ ਤੁਹਾਡੇ ਚਰਨਾਂ ਵਿੱਚ ਮੇਰਾ ਸੀਸ ਹੈ, ਮੇਰੀ ਜਾਨ ਨਿਕਲ ਜਾਵੇ, ਕੋਈ ਪਰਵਾਹ ਨਹੀਂ। ਸਤਿਗੁਰੂ ਜੀ ਕਹਿੰਦੇ ਨਹੀਂ, ਅਜੇ ਤੇਰਾ ਸਮਾਂ ਪਿਆ ਹੈ। ਸਤਿਗੁਰੂ ਜੀ ਜੇ ਸਮਾਂ ਪਿਆ ਹੈ ਨਾ, ਮੇਰੀ ਆਹੀ ਖੁਆਇਸ਼ ਹੈ, ਆਹੀ ਮੰਗ ਹੈ, ਜਾਂ ਤੇ ਮੈਨੂੰ ਹੁਣੇ ਵਿਦਾ ਕਰ ਦਿਓ, ਜਾਂ ਫਿਰ ਜਦੋਂ ਮੇਰਾ ਅੰਤ ਸਮਾਂ ਆਵੇ ਤੁਹਾਡੇ ਚਰਨਾਂ ਵਿੱਚ ਮੇਰੀ ਜਾਨ ਨਿਕਲੇ। ਤੁਸੀਂ ਮੇਰੇ ਕੋਲ ਹੋਵੋ, ਤੁਸੀਂ ਮੇਰੇ ਕੋਲ ਹੋਵੋ ਜਦੋਂ ਮੇਰੀ ਜਾਨ ਨਿਕਲੇ। ਸਤਿਗੁਰੂ ਜੀ ਨੇ ਗਲਵੱਕੜੀ ਵਿੱਚ ਲੈ ਲਿਆ। ਇਦਾਂ ਪਿਆਰ ਕਰਦੇ ਨੇ। ਜੇ ਕੋਈ ਆਪਾਂ ਆਪਣੇ ਆਪ ਨੂੰ ਤੁਰ ਕੇ ਤੇ ਵੇਖੀਏ ਆ ਰਾਹ ਤੇ, ਚਲਾ ਕੇ ਤੇ ਵੇਖੀਏ ਆ ਰਾਹ ਤੇ, ਅਸੀਂ ਤੇ ਦੂਰੋਂ ਦੂਰੋਂ ਵੇਖਦੇ ਆਂ। ਕਦੇ ਨਿਤਨੇਮੀ ਬਣ ਕੇ ਤੇ ਵੇਖੀਏ, ਸੁਣਦੇ ਆਂ ਨਿਤਨੇਮੀ ਹੋਏ ਨੇ, ਸੁਣਦੇ ਆਂ ਸੇਵਾ ਕਰਨ ਵਾਲੇ ਹੋਏ ਨੇ, ਕਦੇ ਸੇਵਾ ਕਰਕੇ ਤੇ ਵੇਖੀਏ। ਸੇਵਾ ਜਿਹੜੀ ਗੁਰੂ ਘਰ ਦੀ ਸੇਵਾ ਹੈ ਨਾ, ਇੱਕ ਕੌਲੀ ਵੀ ਚੁੱਕ ਕੇ ਮਾਜ ਦਿਓ ਗੁਰ ਲੰਗਰ ਦੀ, ਉਹ ਵੀ ਗੁਰੂ ਨਾਨਕ ਜੀ ਆਪਣੇ ਕੋਲ ਨਹੀਂ ਰੱਖਦੇ, ਤੇਰੀ ਝੋਲੀ ਪਾ ਦੇਣਗੇ ਉਹਦਾ ਫਲ। ਗੁਰੂ ਸਾਹਿਬ ਵੱਲ ਵਧਾਇਆ ਹੋਇਆ ਇੱਕ ਕਦਮ ਵੀ ਤੇਰਾ ਵਿਅਰਥ ਨਹੀਂ ਜਾਏਗਾ, ਇੱਕ ਕਦਮ ਵੀ। ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਗੁਰੂ ਜੀ ਕਰੋੜਾ ਪਿੰਡਾ ਲੈਣ ਵਾਸਤੇ ਆਉਂਦੇ ਆ। ਚਰਨ ਸ਼ਰਨ ਗੁਰ ਇੱਕ ਪਿੰਡਾ ਜਾਏ, ਇੱਕ ਪਿੰਡਾ ਕਹਿੰਦੇ ਨੇ ਇੱਕ ਪੈਰ। ਤੂੰ ਇੱਕ ਪੈਰ ਕਰੇਗਾ ਨਾ, ਗੁਰੂ ਸਾਹਿਬ ਵੱਲ ਤੁਰੇਗਾ। ਔਖਾਈਆਂ ਆਉਂਦੀਆਂ ਨੇ, ਪਰਿਵਾਰਾਂ ਦੀਆਂ ਔਖਾਈਆਂ ਆਉਂਦੀਆਂ ਨੇ, ਰਿਸ਼ਤੇਦਾਰ ਵੀ ਰਾਹ ਵਿੱਚ ਰੁਕਾਵਟ ਬਣਦੇ ਆ, ਦੁਨੀਆ ਦੇ ਲੋਕ ਵੀ ਬਣਦੇ ਨੇ, ਪਰ ਪਰਵਾਹ ਨਾ ਕਰੋ। ਇਹ ਨਹੀਂ ਵੀ ਉਹਨਾਂ ਨੂੰ ਛੱਡ ਦਿਓ, ਨਹੀਂ, ਉਹਨਾਂ ਨੂੰ ਨਾਲ ਲੈ ਕੇ ਤੁਰੋ। ਦੁੱਖਾਂ ਦੀ ਪਰਵਾਹ ਨਾ ਕਰੋ। ਦੁੱਖ ਸੁੱਖ ਤੇ ਜੇ ਤੁਸੀਂ ਗੁਰੂ ਸਾਹਿਬ ਤੋਂ ਦੂਰ ਹੋ ਕੇ ਲੰਘਾਓਗੇ, ਦੁੱਖ ਤੇ ਫਿਰ ਵੀ ਆਉਣਗੇ। ਜੇ ਆਪਾਂ ਦੁੱਖਾਂ ਦੀ ਗੱਲ ਕਰਦੇ ਆ, ਉਹ ਜਿੱਡੇ ਜਿੱਡੇ ਦੁੱਖ ਗੁਰੂ ਸਾਹਿਬ ਤੇ ਆਏ ਨੇ, ਓਡੇ ਤੇ ਅਸੀਂ ਚੱਲੇ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪਿੰਜਰੇ ਵਿੱਚ ਰੱਖਿਆ ਗਿਆ ਸਾਰੀ ਰਾਤ। ਉਹ ਪਿੰਜਰਾ ਜਿਹਦੇ ਵਿੱਚ ਨਾ ਸਮਾਰ ਕੇ ਖੜ ਹੁੰਦਾ ਸੀ, ਨਾ ਬਹਿ ਹੁੰਦਾ ਸੀ, ਇੰਨਾ ਤੰਗ ਸੀ। ਝੱਲ ਲਵਾਂਗੇ ਇਹਨਾਂ ਦੁੱਖ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਿੱਖਾਂ ਨੂੰ ਆਰੇ ਨਾਲ ਚੀਰਿਆ ਗਿਆ, ਇੰਨਾ ਦੁੱਖ ਝੱਲ ਲਵਾਂਗੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਛੱਡਿਆ, ਸਭ ਕੁਝ ਹੀ ਛੱਡ ਦਿੱਤਾ। ਕਲਗੀ ਤੋੜਾ ਛੱਡ ਦਿੱਤਾ, ਬਾਜ ਛੱਡ ਦਿੱਤਾ, ਘੋੜਾ ਛੱਡ ਦਿੱਤਾ, ਪੁੱਤਰ ਦਾ ਜੋੜਾ ਛੱਡ ਦਿੱਤਾ, ਅਨੰਦਪੁਰ ਸਾਹਿਬ ਛੱਡ ਦਿੱਤਾ। ਕਿ ਏਡਾ ਵੱਡਾ ਦੁੱਖ ਹੈ ਸਾਨੂੰ? ਅਸੀਂ ਤੇ ਏਡੇ ਏਡੇ ਦੁੱਖ ਝੱਲਣੇ, ਕਿੱਥੇ ਚੱਲ ਸਕਦੇ ਆ? ਪਰ ਬੇਨਤੀ ਕਰੀਏ ਸਤਿਗੁਰੂ ਜੀ, ਜੇ ਦੁੱਖ ਦੇਹ ਤਾਂ ਤੁਝ ਹੈ ਅਰਾਧੀ। ਸੱਚੇ ਪਾਤਸ਼ਾਹ ਤੂੰ ਨਾ ਭੁੱਲੇ। ਕਿਉਂ ਦੁੱਖ ਝੱਲੇ ਗੁਰੂ ਗੋਬਿੰਦ ਸਿੰਘ ਜੀ ਨੇ? ਕਿਉਂਕਿ ਉਹ ਨਹੀਂ ਭੁੱਲਿਆ। ਜਦੋਂ ਉਹ ਚੇਤੇ ਰਹੇ ਨਾ, ਦੇਖੋ ਜੰਗਲ ਦੇ ਵਿੱਚ ਸਤਿਗੁਰੂ ਜੀ ਪੈਰ ਨੰਗੇ ਨੇ, ਲਵੇ ਕੋਈ ਸੇਵਾਦਾਰ, ਸਤਿਗੁਰਾਂ ਦੇ ਸੇਵਾਦਾਰ 10-10 ਜਾਣੇ ਹਰ ਵਕਤ ਨਾਲ ਰਹਿੰਦੇ ਸੀ। ਸਤਿਗੁਰਾਂ ਦੇ ਪੈਰਾਂ ਵਿੱਚ ਜੋੜਾ ਨਹੀਂ, ਪੈਰਾਂ ਵਿੱਚ ਛਾਲੇ, ਰੋੜੇ ਵੱਜ-ਵੱਜ ਕੇ, ਕੰਡੇ ਵੱਜ-ਵੱਜ ਕੇ ਸਤਿਗੁਰੂ ਜੀ ਨੇ ਛਾਲੇ ਪਏ ਹੋਏ ਨੇ, ਝਰੀਟਾਂ ਪਈਆਂ ਹੋਈਆਂ ਨੇ ਪਿੰਡੇ ਤੇ। ਜਦੋਂ ਰਾਤ ਨੂੰ ਤੁਰਦੇ ਸੀ ਨਾ, ਝਾੜੀ ਵਿੱਚ ਚੋਲਾ ਫਸ ਜਾਂਦਾ, ਖਿੱਚ ਕੇ ਕੱਢ ਲੈਂਦੇ, ਲੀਰ ਹੋ ਗਿਆ ਸਾਰਾ ਚੋਲਾ ਜਾਮਾ। ਤੇ ਉੱਥੇ ਬਹਿ ਕੇ ਫਿਰ ਕੀ, ਉੱਥੇ ਸਾਡੇ ਵਰਗਾ ਹੁੰਦਾ ਤੇ ਲਾਂਭਾ ਦੇ ਦਿੰਦਾ, ਹੇ ਸੱਚੇ ਪਾਤਸ਼ਾਹ ਮੈਂ ਤੇਰੇ ਖਾਤਰ ਆਪਣਾ ਸਾਰਾ ਕੁਝ ਮੈਂ ਹੁਣ ਤੱਕ ਮੈਂ ਕਰਦਾ ਰਿਹਾ, ਪਰ ਆਹ ਕਿ ਮੇਰੇ ਪਰਿਵਾਰ ਨਾਲ ਕੀ ਹੋ ਗਿਆ? ਆਪਣੇ ਵਰਗਾ ਇਦਾਂ ਲਾਂਭਾ ਦਿੰਦਾ। ਪਰ ਨਹੀਂ, ਉੱਥੇ ਕੀ ਕਿਹਾ? ਓਏ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ। ਉੱਥੇ ਆਹ ਗੱਲ ਕਹੀ। ਦੁੱਖ ਝੱਲਣੇ ਸਿਖਾਏ। ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਨੂੰ ਵੀ ਝੱਲਣੇ ਸਿਖਾ ਦੇ। ਓ ਪਿਆਰੇ ਜੀ ਹੱਸ ਹੱਸ ਦੁੱਖ ਝੱਲਣੇ, ਪਿਆਰੇ ਹੱਸ ਹੱਸ ਦੁੱਖ ਝੱਲਣੇ, ਮੇਰੇ ਪਿਆਰੇ ਹੱਸ ਹੱਸ ਦੁੱਖ ਝੱਲਣੇ, ਪਿਆਰੇ ਜੀ ਹੱਸ ਹੱਸ ਦੁੱਖ ਝੱਲਣੇ, ਓ ਮੇਰੇ ਪਿਆਰੇ ਹੱਸ ਹੱਸ
ਹੱਸ ਦੁੱਖ ਚੱਲਣੇ ਹਾਂ। ਮੇਰੇ ਪਿਆਰੇ ਹੱਸ ਹੱਸ ਦੁੱਖ ਚੱਲਣੇ ਓ ਮੈਨੂੰ ਵੀ ਸਿਖਾ ਦੇ ਵਾਜਾਂ ਵਾਲਿਆ ਹੋ ਮੈਨੂੰ ਵੀ ਸਿਖਾ ਦੇ ਕਲਗੀਆਂ ਵਾਲਿਆ ਹੱਸ ਹੱਸ ਦੁੱਖ ਚੱਲੇ ਮੈਨੂੰ ਵੀ ਸਿਖਾ ਦੇ ਵਾਜਾਂ ਵਾਲਿਆ ਹੱਸ ਹੱਸ ਦੁੱਖ ਚੱਲੇ ਮੈਨੂੰ ਵੀ ਸਿਖਾ ਦੇ ਕਲਗੀਆਂ ਵਾਲਿਆ ਹੱਸ ਹੱਸ ਦੁੱਖ ਚੱਲੇ ਬੇਟੇ ਮੈਨੂੰ ਵੀ ਸਿਖਾ ਦੇ ਵਾਜਾਂ ਵਾਲਿਆ ਹੱਸ ਹੱਸ ਬੋਲੋ ਭੈਣਾ ਦੁੱਖ ਚੱਲਣੇ ਮੈਨੂੰ ਵੀ ਗੱਜ ਕੇ ਭੈਣਾ ਮਿਲ ਕੇ ਹੱਸ ਹੱਸ ਦੁੱਖ ਚੱਲਣੇ ਹੱਸ ਹੱਸ ਜੀ 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 ਦੁੱਖ ਚੱਲਣੇ ਮੈਨੂੰ ਵੀ ਸਿਖਾਵੇ ਵਾਜਾਂ ਵਾਲਿਆ ਹੱਸ ਦੁੱਖ ਚੱਲਣੇ ਮੈਨੂੰ ਵੀ ਸਿਖਾਵੇ ਵਾਜਾਂ ਵਾਲਿਆ ਹੱਸ ਹੱਸ ਦੁੱਖ ਚੱਲਣੇ ਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਚੱਲਣੇ ਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਚੱਲਣੇ ਜੇ ਦੁੱਖ ਦੇਹ ਤਾਂ ਤੁਝ ਹੈ ਅਰਾਦੀ ਸੁਖ ਪੀ ਤੁਝੇ ਧਿਆਈ ਆ ਬਚਨ ਹਿਰਦੇ ਵਿੱਚ ਵਸਾ ਲਿਓ ਦੁੱਖ ਆਵੇ ਸੁੱਖ ਆਵੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੋ ਕਈ ਵਾਰ ਬੰਦਾ ਸੁੱਖ ਵਿੱਚ ਵੀ ਡੋਲ ਜਾਂਦਾ ਹੈ ਕਈ ਵਾਰ ਦੁੱਖ ਵਿੱਚ ਵੀ ਡੋਲ ਜਾਂਦਾ ਹੈ ਬਹੁਤਾ ਦੁੱਖ ਦਵੇ ਨਾ ਆਹ ਕੀ ਹੋ ਗਿਆ ਮੇਰੇ ਨਾਲ ਬਹੁਤਾ ਸੁੱਖ ਆ ਜਾਵੇ ਭੰਗੜੇ ਪਾਉਣ ਲੱਗ ਜਾਂਦਾ ਹੈ ਇਸ ਕਰਕੇ ਜੇ ਦੁੱਖ ਦੇਹ ਤਾਂ ਤੁਝ ਹੈ ਅਰਾਦੀ ਸੁਖ ਪੀ ਤੁਝੇ ਧਿਆਈ ਗੱਲ ਚੱਲੀ ਸੀ ਭਾਈ ਮੁਗਲੂ ਗੰਡੂਆਂ ਪਿੰਡ ਦਾ ਹੋਇਆ ਭਾਈ ਮੁਗਲੂ ਜੀ ਉਹ ਕਹਿੰਦੇ 6ਵੇਂ ਪਾਤਸ਼ਾਹ ਮਹਾਰਾਜ ਵੇਲੇ ਨਾ ਜੰਗ ਲੜੀ ਸਤਿਗੁਰੂ ਜੀ ਨੇ ਇਦਾਂ ਝੋਲੀ ਵਿੱਚ ਜਦੋਂ ਫੱਟੜ ਹੋ ਗਿਆ ਮੁਖ ਸਾਫ ਕੀਤਾ ਹਾਂ ਮੰਗ ਕੀ ਮੰਗਦਾ ਸਤਿਗੁਰੂ ਜੀ ਕਿਰਪਾ ਕਰਿਓ ਜੇ ਤੇ ਮੇਰਾ ਹੈ ਅੰਤ ਸਮਾਂ ਫਿਰ ਤੇ ਮੇਰੇ ਇੰਨੇ ਵੱਡੇ ਭਾਗ ਇੰਨੇ ਚੰਗੇ ਭਾਗ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਮੇਰਾ ਸੀਸ ਹੈ ਤੇ ਇਹ ਤੋਂ ਵੱਡੇ ਭਾਗ ਨਹੀਂ ਹੋ ਸਕਦੇ ਕਿਸੇ ਦੇ ਕਿ ਮੇਰੀ ਜਾਨ ਤੁਹਾਡੇ ਚਰਨਾਂ ਵਿੱਚ ਨਿਕਲ ਰਹੀ ਹੈ ਸਤਿਗੁਰੂ ਜੀ ਕਹਿੰਦੇ ਨਹੀਂ ਅਜੇ ਸਮਾਂ ਤੇਰਾ ਪਿਆ ਤੇਰੇ ਤੋਂ ਪਹਿਲਾਂ ਤਾਂ ਅਸੀਂ ਜਾਣਾ ਹੈ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਤੇਰੇ ਤੋਂ ਪਹਿਲਾਂ ਤੇ ਅਸੀਂ ਜਾਣਾ ਹੈ ਸਤਿਗੁਰੂ ਜੀ ਫਿਰ ਮੈਨੂੰ ਛੁੱਟੀ ਦੇ ਦਿਓ ਫਿਰ ਨਹੀਂ ਮੈਂ ਰਹਿ ਸਕਦਾ ਸਤਿਗੁਰੂ ਜੀ ਫਿਰ ਮੈਂ ਚਲਾ ਜਾਵਾਂਗਾ 6ਵੇਂ ਪਾਤਸ਼ਾਹ ਜੀ ਕਹਿਣ ਲੱਗੇ ਤੂੰ ਮੰਗ ਤੇ ਸਹੀ ਕੀ ਮੰਗਦਾ ਹੈ ਸਤਿਗੁਰੂ ਜੀ ਮੇਰਾ ਦਿਲ ਕਰਦਾ ਸੀ ਤੁਹਾਡੇ ਚਰਨਾਂ ਵਿੱਚ ਮੇਰੀ ਜਾਨ ਨਿਕਲੇ ਤੁਸੀਂ ਤੇ ਆਖਦੇ ਹੋ ਮੇਰੇ ਤੋਂ ਪਹਿਲਾਂ ਹੀ ਚਲੇ ਜਾਓਗੇ ਗੁਰੂ ਸਾਹਿਬ ਜੀ ਕਹਿੰਦੇ ਓਏ ਤੇਰਾ ਆਹ ਬਚਨ ਅਸੀਂ ਜ਼ਰੂਰ ਪੁਗਾਵਾਂਗੇ ਅੰਤ ਸਮੇਂ ਅਸੀਂ ਤੇਰੇ ਕੋਲ ਹੋਵਾਂਗੇ ਗੁਰੂ ਸਾਹਿਬ ਜੀ ਕਹਿੰਦੇ ਅੰਤ ਸਮੇਂ ਤੇਰੇ ਕੋਲ ਹੋਵਾਂਗੇ ਪਿੰਡ ਗੰਡੂਆਂ ਚਲਾ ਗਿਆ ਜਾ ਕੇ ਆਪਣੇ ਪਰਿਵਾਰ ਵਿੱਚ ਰਿਹਾ ਭਾਈ ਮੁਗਲੂ ਜੀ ਆਪਣੇ ਪਰਿਵਾਰ ਵਿੱਚ ਰਿਹਾ ਅਸਨਾਮ ਤੋਂ ਥੋੜੀ ਦੂਰ ਹੈ ਤਕਰੀਬਨ 10-12 ਕਿਲੋਮੀਟਰ ਹੋਣਾ ਉੱਥੇ ਜਾ ਕੇ ਬਹੁਤ ਸਮਾਂ ਰਿਹਾ ਕਹਿੰਦੇ ਨੇ ਸਮਾਂ ਜਿਹੜਾ ਸੀ ਅੰਤ ਸਮਾਂ ਆ ਗਿਆ ਫਿਰ ਤੇ ਨਾਲ ਹੀ ਵੀ ਬਚਨ ਕੀਤਾ ਸੀ ਵੀ ਤੈਨੂੰ ਪਤਾ ਲੱਗ ਜਾਏਗਾ ਵੀ ਮੇਰਾ ਅੰਤ ਸਮਾਂ ਆ ਗਿਆ ਜਦੋਂ ਅੰਤ ਸਮਾਂ ਆਇਆ ਨਾ ਹੁਣ ਗੁਰੂ ਨਾਨਕ ਜੀ ਦੀ ਗੱਦੀ ਤੇ ਕੌਣ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਉਸ ਵਕਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰਗੱਦੀ ਤੇ ਬਿਰਾਜਮਾਨ ਸਨ ਉਹਨੇ ਮਨ ਵਿੱਚ ਧਿਆਇਆ ਰੋਜ਼ ਯਾਦ ਕਰਦਾ ਆਪਾਂ ਹੁਣੇ ਸਰਵਣ ਕੀਤਾ ਰਾਤੀ ਜਨ ਭਗਤ ਸਦਾਵਨ ਰਾਤੀ ਜਾਗਣ ਕੁੱਤੇ ਤੇ ਤੋਂ ਉੱਤੇ ਕਹਿੰਦੇ ਨੇ ਰਾਤ ਨੂੰ ਇੱਕ
ਕੁੱਤੇ ਜਾਗਦੇ ਨੇ, ਦੂਸਰਾ ਰੱਬ ਦੇ ਪਿਆਰੇ ਜਾਗਦੇ ਆ। ਕਹਿੰਦੇ ਨੇ ਜਿਹੜੇ ਰੱਬ ਦੇ ਜਿਨ੍ਹਾਂ ਨੇ ਉਹ ਵਾਹਿਗੁਰੂ ਦੇ ਨਾਲ ਲਾ ਲਈ ਨਾ, ਪ੍ਰਮਾਤਮਾ ਦੇ ਨਾਲ ਲਾ ਲਈ ਨਾ ਜਿਨ੍ਹਾਂ ਨੇ, ਹੋ ਤੇਰੇ ਨਾਮ ਦੇ ਵਿਰਾਗੀ ਜਿਹੜੇ, ਬੋਲਿਓ ਸਾਰੇ, ਤੇਰੇ ਨਾਮ ਦੇ ਵਿਰਾਗੀ ਜਿਹੜੇ, ਹੋ ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ, ਨਾਮ ਦੇ ਵਿਰਾਗੀ ਜਿਹੜੇ, ਤੇਰੇ ਨਾਮ ਦੇ ਵਿਰਾਗੀ ਜਿਹੜੇ, ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ। ਤੇਰੇ ਨਾਮ ਦੇ ਵਿਰਾਗੀ ਜਿਹੜੇ, ਤੇਰੇ ਨਾਮ ਦੇ ਵਿਰਾਗੀ ਜਿਹੜੇ, ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ। ਨਾਮ ਦੇ ਵਿਰਾਗੀ ਜਿਹੜੇ, ਨਾਮ ਦੇ ਵਿਰਾਗੀ ਜਿਹੜੇ, ਨਾਮ ਦੇ ਵਿਰਾਗੀ ਜਿਹੜੇ, ਨਾਮ ਦੇ ਵਿਰਾਗੀ ਨਾਮ ਦੇ ਵਿਰਾਗੀ ਜਿਹੜੇ, ਨਾਮ ਦੇ ਵਿਰਾਗੀ ਜਿਹੜੇ, ਉਹ ਤੇਰੇ ਨਾਮ ਦੇ ਵਿਰਾਗੀ ਜਿਹੜੇ, ਤੇਰੇ ਨਾਮ ਦੇ ਵਿਰਾਗੀ ਜਿਹੜੇ, ਉਹ ਸਾਰੀ ਸਾਰੀ, ਉਹ ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ। ਨਾਮ ਦੇ ਵਿਰਾਗੀ ਜਿਹੜੇ, ਤੇਰੇ ਨਾਮ ਦੇ ਵਿਰਾਗੀ ਜਿਹੜੇ, ਉਹ ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ, ਉਹ ਸਾਰੀ ਸਾਰੀ ਰਾਤ। ਤੇਰੇ ਨਾਮ ਦੇ ਵਿਰਾਗੀ ਜਿਹੜੇ, ਤੇਰੇ ਨਾਮ ਦੇ ਵਿਰਾਗੀ ਜਿਹੜੇ, ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ, ਸਾਰੀ ਸਾਰੀ ਰਾਤ ਜਾਗਦੇ। ਸਾਰੀ ਰਾਤ ਜਾਗਦੇ ਲੰਘ ਗਈ। ਕਹਿੰਦੇ ਹੁਣ ਉਹਨੂੰ ਪਤਾ ਲੱਗ ਗਿਆ ਭਾਈ ਬਗਲੂ ਨੂੰ। ਥੋੜੇ ਸਮੇਂ ਵਿੱਚ ਹੀ ਆਪਾਂ 2-4 ਮਿੰਟਾਂ ਵਿੱਚ ਹੀ ਸਮਾਪਤੀ ਕਰਾਂਗੇ। ਹੋਰ ਵੀ ਮਹਾਂਪੁਰਖ ਪਹੁੰਚੇ ਨੇ, ਜਿਉਂ ਐ ਕਿਹਾ ਜਾਂਦਾ ਹੈ। ਸੋ ਜਦੋਂ ਕਹਿੰਦੇ ਭਾਈ ਮੁਗਲੂ ਜੀ ਸਾਰੀ ਰਾਤ ਜਾਗਦੇ ਲੰਘਾ ਦਿੱਤੀ, ਸਤਿਗੁਰਾਂ ਨੂੰ ਯਾਦ ਕਰਦੇ ਵੀ ਸਤਿਗੁਰੂ ਜੀ ਕਿਰਪਾ ਕਰਵਾਓ। ਹੁਣ ਗੁਰਗੱਦੀ ਤੇ ਕੌਣ ਸਨ? ਗੁਰਗੱਦੀ ਤੇ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ। ਆਪਣੇ ਮਾਲਵੇ ਦੇ ਵਿੱਚ ਨਾ, ਮਾਲਵੇ ਦੀ ਧਰਤੀ ਤੇ 3 ਵਾਰ ਗੁਰੂ ਸਾਹਿਬ ਜੀ ਆਏ ਨੇ, 3 ਵਾਰ ਆ ਕੇ ਫੇਰਾ ਪਾਇਆ, ਪ੍ਰਚਾਰ ਕੀਤਾ। ਤੇ ਸਤਿਗੁਰੂ ਜੀ ਸਿੱਧਾ ਘੋੜੇ ਤੇ ਚੜ੍ਹ ਕੇ ਪਿੰਡ ਗੰਡੂਆਂ ਚਲੇ ਗਏ। ਉੱਥੇ ਉਹਨਾਂ ਦਾ ਸਤਿਗੁਰਾਂ ਦਾ ਸਥਾਨ ਵੀ ਬਣਿਆ ਹੋਇਆ ਹੈ। ਤੇ ਅੱਜ ਤੁਸੀਂ ਪਿੰਡ ਗੰਡੂਆਂ ਦੇ ਵਿੱਚ ਵੇਖਿਓ, ਬਹੁਤ ਵੱਡੇ ਵੱਡੇ ਦਰਵਾਜ਼ੇ ਨੇ ਕਈਆਂ ਦੇ। ਕਿਉਂ? ਕਿਉਂਕਿ ਭਾਈ ਮੁਗਲੂ ਨੇ ਆਖਿਆ ਸੀ ਵੀ ਸਾਰੀ ਰਾਤ ਦਰਵਾਜ਼ਾ ਅੱਜ ਖੁੱਲਾ ਰੱਖਿਓ। ਮੈਨੂੰ ਇਦਾਂ ਲੱਗਦਾ ਅੱਜ ਮੇਰੇ ਸਾਈਂ ਨੇ, ਮੇਰੇ ਪ੍ਰੀਤਮ ਨੇ ਆਉਣਾ ਹੈ। ਸੋ ਆਓ, ਕਹਿੰਦੇ ਨੇ ਹੁਣ ਅੰਤ ਸਮਾਂ ਜਿਹੜਾ ਸੀ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਦਾ ਹੋਇਆ, ਭਾਈ ਮੁਗਲੂ ਦਾ। ਅੱਗੇ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ, ਖਾਲਸੇ ਦਾ ਜਨਮ ਦਿਹਾੜਾ। ਆਓ ਆਹੀ ਧਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ। ਖਾਲਸੇ ਦੀ ਜਨਮ ਖੁਸ਼ੀ ਨੂੰ ਮੁੱਖ ਰੱਖਦੇ ਆ, ਕਿਉਂਕਿ ਸਤਿਗੁਰਾਂ ਨੇ ਕਿਹਾ ਸੀ ਮੇਰੇ ਵਿੱਚੋਂ ਤੂੰ ਦਿਸੇਂਗਾ, ਤੇਰੇ ਵਿੱਚੋਂ ਮੈਂ ਵਿਖਾਂਗਾ। ਖਾਲਸਾ ਮੇਰੋ ਰੂਪ ਹੈ ਖਾਲਸਾ, ਖਾਲਸਾ ਮੈਂ ਹੋ। ਹੋ ਤੇਰੇ ਵਿੱਚੋਂ ਮੈਂ ਨਜ਼ਰ ਸਿੰਘਾ ਆਵਾਂ, ਮੇਰੇ ਵਿੱਚੋਂ ਤੂੰ ਦਿਸਦਾ, ਤੇਰੇ ਵਿੱਚੋਂ ਮੇਰੇ ਵਿੱਚੋਂ ਤੂੰ ਦਿਸਦਾ। ਮੇਰੇ ਵਿੱਚੋਂ ਤੂੰ ਦਿਸਦਾ।
ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ। ਧੰਨਵਾਦ ਸੋ ਸੰਗਤਾਂ ਦਾ। ਮਹਾਂਪੁਰਖ ਬਹੁਤ ਪਹੁੰਚੇ ਨੇ, ਸੰਤ ਬਾਬਾ ਜਗਰੂਪ ਸਿੰਘ ਜੀ, ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਨਿਮਾਣੇ ਦੇ ਜਥੇ ਨੂੰ ਯਾਦ ਕੀਤਾ ਹੈ। ਸੰਤ ਬਾਬਾ ਗੁਰਜੰਟ ਸਿੰਘ ਜੀ ਤਪਾਦਰਾਜ ਵਾਲੇ, ਉਹ ਵੀ ਮਹਾਂਪੁਰਖ ਪਹੁੰਚੇ ਹੋਏ ਨੇ। ਹੋਰ ਵੀ ਮਹਾਂਪੁਰਖ ਪਹੁੰਚ ਰਹੇ ਨੇ। ਸੰਤ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ, ਬਾਲੀਆਂ ਵਾਲੇ, ਉਹ ਵੀ ਪਹੁੰਚ ਚੁੱਕੇ ਨੇ। ਸਾਰੇ ਮਹਾਂਪੁਰਖਾਂ ਨੂੰ, ਸੰਤਾਂ ਨੂੰ ਜੀਵਾਂ ਕਿਹਾ ਜਾਂਦਾ ਹੈ। ਆਓ ਹੁਣ ਰਹਿੰਦਾ ਹੋਇਆ ਸਮਾਂ ਮਹਾਂਪੁਰਖਾਂ ਤੋਂ ਸਰਵਣ ਕਰੀਏ। ਸੋ ਬੇਨਤੀ ਹੈ ਜੋ ਬਾਹਰ ਸੰਗਤ ਹੈ ਉਹ ਵੀ ਭਾਈ ਆ ਕੇ ਦਰਬਾਰ ਸਾਹਿਬ ਦੇ ਸਜੋ, ਆਨੰਦ ਲਓ, ਕਿਉਂਕਿ ਬਾਰ-ਬਾਰ ਇਹ ਸਮਾਂ ਪ੍ਰਾਪਤ ਨਹੀਂ ਹੁੰਦਾ। ਆਓ ਰਹਿੰਦੀਆਂ ਵਿਚਾਰਾਂ ਜਿਹੜੀਆਂ ਨੇ ਉਹ ਮਹਾਂਪੁਰਖਾਂ ਦੇ ਪਾਸੋਂ ਆਪਾਂ ਸਰਵਣ ਕਰੀਏ। ਹੋਈਆਂ ਭਲਾਂ ਦੀ ਖਿਮਾ, ਭਲਾਓ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।